ਸਤਿ ਸ੍ਰੀ ਅਕਾਲ ਜੀ। ਮੈਂ ਡਾਕਟਰ ਮਨਦੀਪ ਕੌਰ, ਪੰਜਾਬੀ ਵਿਭਾਗ, ਹੰਸਰਾਜ ਮਹਿਲਾ ਮਹਾਵਿਦਿਆਲਾ ਜਲੰਧਰ। MA ਸਮੈਸਟਰ ਤੀਜਾ ਦੇ ਸਿਲੇਬਸ ਦਾ ਹਿੱਸਾ ਆਧੁਨਿਕ ਪੰਜਾਬੀ ਵਾਰਤਕ ਦੇ ਵਿੱਚ ਉਹਦਾ ਇੱਕ ਰੂਪ ਸਫ਼ਰਨਾਮਾ, ਜਿਹਦੇ ਬਾਰੇ ਗੱਲਬਾਤ ਕਰਾਂਗੇ। ਸਫ਼ਰਨਾਮੇ ਦੀ ਪਰਿਭਾਸ਼ਾ ਅਤੇ ਇਸ ਦੇ ਜਿਹੜੇ ਤੱਤ ਨੇ, ਸਫ਼ਰਨਾਮਾ, ਪਰਿਭਾਸ਼ਾ ਅਤੇ ਪ੍ਰਕਿਰਤੀ, ਇਹ ਆਧੁਨਿਕ ਪੰਜਾਬੀ ਕਵਿਤਾ ਦਾ ਇੱਕ ਹਿੱਸਾ ਹੈ ਜੋ MA ਸਮੈਸਟਰ ਤੀਜਾ ਦੇ ਸਿਲੇਬਸ ਦਾ ਹਿੱਸਾ ਹੈ। ਸਫ਼ਰਨਾਮਾ ਕੀ ਹੈ? ਸਫ਼ਰ ਜਮਾਨਾਮਾ। ਸਫ਼ਰ ਅਰਬੀ ਭਾਸ਼ਾ ਦਾ ਸ਼ਬਦ ਹੈ ਜਿਸ ਦਾ ਮਤਲਬ ਹੈ ਯਾਤਰਾ, ਅਤੇ ਨਾਮਾ ਫਾਰਸੀ ਭਾਸ਼ਾ ਦਾ ਸ਼ਬਦ ਹੈ ਜਿਸ ਦਾ ਮਤਲਬ ਹੈ ਚਿੱਠੀ ਜਾਂ ਕੁਛ ਲਿਖਿਆ ਹੋਇਆ। ਔਰ ਇਹਦਾ ਮਤਲਬ ਹੈ, ਸਫ਼ਰਨਾਮਾ ਦਾ ਅਰਥ ਹੈ ਯਾਤਰਾ ਦਾ ਵੇਰਵਾ, ਕਿਸੇ ਵੀ ਯਾਤਰਾ ਦਾ ਵੇਰਵਾ। ਜਦੋਂ ਅਸੀਂ ਸਫ਼ਰਨਾਮੇ ਦੇ ਇਤਿਹਾਸ ਬਾਰੇ ਗੱਲ ਕਰਦੇ ਹਾਂ ਤਾਂ ਜਨਮ ਸਾਖੀਆਂ ਦੇ ਵਿੱਚ ਜਿਹੜਾ ਸਾਨੂੰ ਗੁਰੂ ਨਾਨਕ ਦੇਵ ਜੀ ਦੇ ਜੀਵਨ ਨਾਲ ਜੁੜੀਆਂ ਉਦਾਸੀਆਂ ਬਾਰੇ ਜੋ ਵੇਰਵੇ ਮਿਲਦੇ ਨੇ, ਉਹਨਾਂ ਨੂੰ ਅਸੀਂ ਸਫ਼ਰਨਾਮੇ ਦੇ ਇਤਿਹਾਸ ਵਿੱਚ ਸ਼ਾਮਿਲ ਕੀਤਾ ਜਾ ਸਕਦਾ ਹੈ, ਜਾਂ ਅਸੀਂ ਉਹਨਾਂ ਨੂੰ ਕਰਦੇ ਹਾਂ। ਪੁਰਾਤਨ ਸਫ਼ਰ ਸਾਹਿਤ ਦੇ ਵਿੱਚ ਜਨਮ ਸਾਖੀਆਂ ਦੇ ਵਿਚਲੇ ਜਿਹੜੇ ਸਫ਼ਰ ਨੇ, ਜਿਹੜੀਆਂ ਉਦਾਸੀਆਂ ਨੇ, ਉਹਨਾਂ ਨੂੰ ਸ਼ਾਮਿਲ ਕੀਤਾ ਜਾਂਦਾ ਹੈ। ਇਸ ਤੋਂ ਇਲਾਵਾ ਸਿਕੰਦਰ ਦੀਆਂ ਕਹਾਣੀਆਂ, ਸਿੰਧਬਾਦ ਦੀਆਂ ਕਹਾਣੀਆਂ, ਉੜੀਸੀ, ਹਰਸ਼ ਚਰਿਤ, ਕਾਦੰਬਰੀ, ਇਹ ਪੁਰਾਤਨ ਸਾਹਿਤ ਜਾਂ ਪੁਰਾਤਨ ਸਫ਼ਰ ਸਾਹਿਤ ਜਿਹੜਾ ਸਾਨੂੰ ਮਿਲਦਾ ਹੈ, ਜੋ ਕਿਤੇ ਨਾ ਕਿਤੇ ਸਫ਼ਰਨਾਮਿਆਂ ਦੇ ਨਾਲ ਸਮਾਨਤਾ ਰੱਖਦਾ ਹੈ। ਇਸ ਤੋਂ ਅਸੀਂ ਸਫ਼ਰਨਾਮੇ ਦੇ ਇਤਿਹਾਸ ਦੀ ਸ਼ੁਰੂਆਤ ਮੰਨਦੇ ਹਾਂ। ਸਭ ਤੋਂ ਪਹਿਲਾ ਸਫ਼ਰਨਾਮਾ ਆਨਾਬੇਸਿਸ ਦਾ ਸੀਗਾ, ਉਹਨਾਂ ਦੁਆਰਾ ਲਿਖਿਆ ਹੋਇਆ, ਜੋਨੋਫੋਨ ਦੁਆਰਾ ਲਿਖਿਆ ਹੋਇਆ ਆਨਾਬੇਸਿਸ ਜਿਹੜਾ ਸਫ਼ਰਨਾਮਾ ਸਾਨੂੰ ਵੇਖਣ ਨੂੰ ਮਿਲਦਾ, ਜਿਹੜਾ ਕਿ 371 ਈਸਵੀ ਪੂਰਵ ਹੋਂਦ ਵਿੱਚ ਆਇਆ ਜਾਂ ਜਦੋਂ ਲਿਖਿਆ ਗਿਆ। ਮੱਧ ਕਾਲ ਵਿੱਚ ਸਫ਼ਰਨਾਮੇ ਦੇ ਨਾਲ ਰਿਪੋਰਟ ਲਿਖਣ ਦਾ ਰਿਵਾਜ ਵੀ ਸੀ, ਔਰ ਰਿਪੋਰਟ ਲੇਖਕ ਵੀ ਕਈ ਸਾਨੂੰ ਵੇਖਣ ਨੂੰ ਮਿਲਦੇ ਨੇ, ਜਿਵੇਂ ਗੇਟੇ, ਬਾਇਰਨ, ਹਾਈਨੇ ਨੇ ਸਫ਼ਰਨਾਮਾ ਨੂੰ ਵਧੇਰੇ ਕਲਾ ਕੁਸ਼ਲਤਾ ਵਾਲਾ ਸਾਹਿਤ ਰੂਪ ਬਣਾਇਆ ਔਰ ਆਪਣੀ ਕਲਾ ਕੁਸ਼ਲਤਾ ਦੇ ਨਾਲ ਇਸ ਨੂੰ ਲਿਖਿਆ। ਅੰਗਰੇਜ਼ੀ ਵਿੱਚ ਸਫ਼ਰ ਦਾ ਸਮਾਨਾਰਥੀ ਹੈ ਟਰੈਵਲ। ਟਰੈਵਲ ਦਾ ਮਤਲਬ ਹੈ ਇੱਕ ਥਾਂ ਤੋਂ ਦੂਜੀ ਥਾਂ ਤੱਕ ਦੀ ਯਾਤਰਾ ਕਰਨਾ। ਅਤੇ ਵੈਬਸਟਰ ਡਿਕਸ਼ਨਰੀ ਦੇ ਵਿੱਚ ਸਫ਼ਰਨਾਮੇ ਨੂੰ ਕਿਵੇਂ ਪਰਿਭਾਸ਼ਿਤ ਕੀਤਾ ਹੈ? ਲਿਖਦੇ ਨੇ, ਸਫ਼ਰਨਾਮਾ ਇੱਕ ਕਿਸਮ ਦਾ ਯਾਤਰਾ ਉੱਤੇ ਦਿੱਤਾ ਲੈਕਚਰ ਹੁੰਦਾ ਹੈ ਜੋ ਕਿ ਇੱਕ ਤਰ੍ਹਾਂ ਦੀ ਫਿਲਮ ਹੁੰਦੀ ਹੈ। ਕਿਰਪਾਲ ਸਿੰਘ ਕਸੇਲ ਲਿਖਦੇ ਨੇ, ਇਸ ਵਿੱਚ ਕਿਸੇ ਵਿਅਕਤੀ ਦੇ ਯਾਤਰਾ ਸਮਾਚਾਰ ਵਰਣਨ ਕੀਤੇ ਜਾਂਦੇ ਹਨ। ਭਾਵੇਂ ਇਸ ਸਾਹਿਤਕ ਰੂਪ ਦਾ ਸਮਾਚਾਰ ਘਟਨਾਕ੍ਰਮ ਅਨੁਸਾਰ ਚੱਲਦਾ ਹੈ, ਪਰ ਵਿਸ਼ੇਸ਼ ਉਤਸੁਕਤਾ ਉਸ ਵਿਅਕਤੀ ਬਾਰੇ ਨਹੀਂ, ਸਗੋਂ ਉਸ ਵਿਸ਼ੇਸ਼ ਭੂਮੀ ਜਾਂ ਸੱਭਿਅਤਾ ਦੀ ਹੁੰਦੀ ਹੈ ਜੋ ਇੱਕ ਯਾਤਰਾ ਦਾ ਕੇਂਦਰ ਬਣਦੀ ਹੈ। ਇਸੇ ਤਰ੍ਹਾਂ ਡਾਕਟਰ ਕਰਨਜੀਤ ਸਿੰਘ ਅਤੇ ਹੋਰ ਕਈ ਵਿਦਵਾਨ ਨੇ ਜੋ ਸਫ਼ਰਨਾਮੇ ਨੂੰ ਪਰਿਭਾਸ਼ਿਤ ਕਰਦੇ ਨੇ। ਸਫ਼ਰਨਾਮੇ ਦੇ ਤੱਤਾਂ ਬਾਰੇ ਜੇਕਰ ਗੱਲ ਕਰੀਏ ਤਾਂ ਵਾਰਤਕ ਸਾਹਿਤ ਦੇ ਵਿੱਚ ਜਿਹੜੇ ਮੁੱਖ ਤੱਤ ਹੁੰਦੇ ਨੇ, ਵਿਚਾਰ, ਪ੍ਰਸੰਗ, ਭਾਸ਼ਾ, ਸ਼ਬਦਾਵਲੀ, ਵਾਕੰਸ਼, ਪੈਰਾ, ਵਿਸ਼ਰਾਮ ਚਿੰਨ੍ਹ, ਵਾਰਤਕ ਤਾਲ, ਕਲਪਨਾ, ਅਲੰਕਾਰ ਆਦਿ ਵਾਰਤਕ ਦੇ ਜਿਹੜੇ ਮੁੱਖ ਤੱਤ ਨੇ, ਉਹ ਸਾਰੇ ਤੱਤ ਸਾਨੂੰ ਸਫ਼ਰਨਾਮਾ ਸਾਹਿਤ ਦੇ ਵਿੱਚ ਵੇਖਣ ਨੂੰ ਮਿਲਦੇ ਨੇ, ਕਿਉਂਕਿ ਸਫ਼ਰਨਾਮਾ ਵੀ ਵਾਰਤਕ ਦਾ ਹੀ ਇੱਕ ਰੂਪ ਹੈ। ਔਰ ਸਭ ਤੋਂ ਪਹਿਲੀ ਚੀਜ਼ ਸਫ਼ਰਨਾਮੇ ਦੀ ਜਿਹੜੀ ਇਹਦੀ ਪ੍ਰਕਿਰਤੀ ਹੈ, ਸਫ਼ਰਨਾਮੇ ਦਾ ਜੋ ਸੁਭਾਅ ਆ ਜਾਂ ਸਫ਼ਰਨਾਮੇ ਦੇ ਜਿਹੜੇ ਤੱਤ ਨੇ, ਉਹਨਾਂ ਦੇ ਵਿੱਚ ਸਭ ਤੋਂ ਪਹਿਲੀ ਚੀਜ਼ ਹੈ ਕਿ ਸੁਤੰਤਰ ਵਿਧਾ ਜਿਸ ਵਿੱਚ ਸਥਾਨਕਤਾ ਦਾ ਬਿਰਤਾਂਤ ਵਰਣਨ ਹੋਵੇ। ਬਿਰਤਾਂਤਕ ਵਰਣਨ ਕਿਸੇ ਸਥਾਨਕਤਾ ਦਾ, ਇੱਕ ਇਹੋ ਜਿਹੀ ਵਿਧਾ ਜਿਹਦੇ ਵਿੱਚ ਕਿਸੇ ਲੋਕਲ ਪੱਧਰ ਦੇ ਉੱਤੇ ਜਾਂ ਸਥਾਨਕ ਪੱਧਰ ਦੇ ਉੱਤੇ, ਜਿੱਥੇ ਵੀ ਅਸੀਂ ਇੱਕ ਬੰਦਾ ਜਿੱਥੇ ਜਦੋਂ ਦੂਸਰੀ ਥਾਂ 'ਤੇ ਜਾਂਦਾ ਹੈ ਤਾਂ ਉੱਥੋਂ ਦੀ ਸਥਾਨਕਤਾ ਨੂੰ ਵੇਰਵੇ ਸਹਿਤ ਜਦੋਂ ਬਿਆਨ ਕਰਦਾ ਆ, ਅਤੇ ਇਹ ਸਫ਼ਰਨਾਮੇ ਦਾ ਅਹਿਮ ਇੱਕ ਹਿੱਸਾ ਹੈ। ਨੰਬਰ 2 ਹੈ ਜੀ, ਵਿਸ਼ੇਸ਼ ਭੂਖੰਡ ਦੀ ਸਮਾਜ, ਸੱਭਿਆਚਾਰਕ, ਭੂਗੋਲਿਕ, ਰਾਜਨੀਤਿਕ ਅਤੇ ਆਂਤਰਿਕ ਸਥਿਤੀ ਬਾਰੇ ਬੋਧ। ਸਫ਼ਰਨਾਮੇ ਦੇ ਵਿੱਚ ਕਿਸੇ ਖਾਸ ਵਿਸ਼ੇਸ਼ ਥਾਂ ਦੀ, ਕਿਸੇ ਖਾਸ ਵਿਸ਼ੇਸ਼ ਭੂਗੋਲਿਕ ਖਿੱਤੇ ਦੀ ਜਿਹੜੀ ਸਮਾਜਿਕ ਅਤੇ ਸੱਭਿਆਚਾਰਕ ਸਥਿਤੀ ਆ, ਉੱਥੋਂ ਦਾ ਕਿਵੇਂ ਦਾ ਭੂਗੋਲ ਆ, ਉੱਥੋਂ ਦੇ ਕਿਵੇਂ ਦੀ ਰਾਜਨੀਤਿਕ ਪ੍ਰਬੰਧ ਕਿਵੇਂ ਦਾ ਆ, ਉੱਥੋਂ ਦਾ ਆਰਥਿਕ ਪ੍ਰਬੰਧ ਕਿਵੇਂ ਦਾ ਆ, ਉੱਥੋਂ ਦੇ ਸਮਾਜ ਦੇ ਵਿੱਚ ਖਾਣ ਪੀਣ ਕਿਵੇਂ ਦਾ, ਰਹਿਣ ਸਹਿਣ, ਉੱਥੋਂ ਦਾ ਪਹਿਰਾਵਾ, ਉਹਨਾਂ ਦੀਆਂ ਰਸਮਾਂ ਰੀਤਾਂ, ਹਰ ਤਰ੍ਹਾਂ ਦਾ ਜਿਹੜਾ ਜੀਵਨ ਜਾਚ ਨਾਲ ਜੁੜਿਆ ਹਰ ਢੰਗ ਜਿਹੜਾ ਹੈਗਾ, ਇਸ ਸਫ਼ਰਨਾਮੇ ਦੇ ਵਿੱਚ ਉਹਦੇ ਬਾਰੇ ਸਾਨੂੰ ਜਾਣਕਾਰੀ ਮਿਲਦੀ ਹੈ। ਨੈਕਸਟ ਹੈ, ਤੁਲਨਾਤਮਕ ਵਿਧੀ ਰਾਹੀਂ ਦੋ ਸੱਭਿਆਚਾਰਾਂ ਦਾ ਗਿਆਨ ਮਿਲਦਾ ਹੈ ਅਤੇ ਦੂਜੇ ਸੱਭਿਆਚਾਰ ਨੂੰ ਆਪਣੇ ਦੇਸ਼ ਦੇ ਸੱਭਿਆਚਾਰ ਦੇ ਪ੍ਰਸੰਗ ਵਿੱਚ ਵੇਖਿਆ ਜਾਂਦਾ ਹੈ।
ਉਦਾਹਰਨ ਵਜੋਂ ਜਿਵੇਂ ਇੱਕ ਬੰਦਾ ਅਗਰ ਅਮਰੀਕਾ ਦੇ ਵਿੱਚ ਜਾਂਦਾ ਹੈ ਤਾਂ ਅਮਰੀਕਾ ਦੇ ਜੀਵਨ ਜਾਂਚ ਬਾਰੇ ਜਦੋਂ ਲਿਖੇਗਾ ਤਾਂ ਜੇ ਉਹ ਬੰਦਾ ਭਾਰਤ ਤੋਂ ਗਿਆ ਹੋਇਆ, ਜੇ ਉਹ ਲੇਖਕ ਭਾਰਤ ਦਾ ਵਸਨੀਕ ਹੈ ਤਾਂ ਉਹ ਭਾਰਤ ਦੇ ਨਾਲ ਅਮਰੀਕਾ ਦੀ ਤੁਲਨਾ ਜ਼ਰੂਰ ਕਰੇਗਾ ਕਿ ਸਾਡੇ ਦੇਸ਼ ਵਿੱਚ ਇੰਝ ਹੁੰਦਾ, ਉਸ ਦੇਸ਼ ਵਿੱਚ ਇੰਝ ਹੁੰਦਾ, ਸਾਡਾ ਰਹਿਣ ਸਹਿਣ ਇਹੋ ਜਿਹਾ ਹੈਗਾ, ਉਸ ਦੇਸ਼ ਦਾ ਰਹਿਣ ਸਹਿਣ ਜਿਹੜਾ ਇਹੋ ਜਿਹਾ ਹੈਗਾ। ਸੋ ਤੁਲਨਾਤਮਕ ਪੱਧਰ ਦੇ ਉੱਤੇ ਉਹ ਚੀਜ਼ਾਂ ਵਾਪਰਦੀਆਂ ਨੇ ਅਤੇ ਜਿਹੜੀ ਤੁਲਨਾਤਮਕ ਵਿਧੀ ਆ ਉਹ ਸਾਨੂੰ ਸਫ਼ਰਨਾਮੇ ਦੇ ਵਿੱਚ ਵੇਖਣ ਨੂੰ ਮਿਲਦੀ ਹੈ। ਉਹ ਹਰ ਚੀਜ਼ ਨੂੰ ਆਪਣੇ ਸੱਭਿਆਚਾਰ ਦੇ ਪ੍ਰਸੰਗ ਵਿੱਚ ਵੇਖੇਗਾ ਅਤੇ ਇੱਥੋਂ ਦੇ ਸੱਭਿਆਚਾਰ ਨਾਲ ਉਸ ਚੀਜ਼ ਦੀ ਤੁਲਨਾ ਵੀ ਕਰੇਗਾ। ਲੇਖਕ ਦਾ ਗਿਆਨ ਅਤੇ ਅਨੁਭਵ ਸਫ਼ਰਨਾਮੇ ਦੀ ਸਿਰਜਣ ਪ੍ਰਕਿਰਿਆ ਸਮੇਂ ਸਮਾਵਿਤ ਹੋ ਕੇ ਚੱਲਦੇ ਹਨ। ਸਮਿਤ ਹੋ ਕੇ ਚੱਲਦੇ ਹਨ ਮਤਲਬ ਇਕਸਾਰ ਚੱਲਦੇ ਨੇ। ਲੇਖਕ ਦਾ ਗਿਆਨ ਅਤੇ ਉਹਦਾ ਅਨੁਭਵ ਕਹਿਣ ਦਾ ਮਤਲਬ ਇੱਕ ਬੰਦਾ ਅਗਰ ਅਮਰੀਕਾ ਜਾਂਦਾ ਆ ਅਤੇ ਉੱਥੇ ਜੋ ਕੁਛ ਦੇਖਦਾ ਹੈ ਉਹਦੀ ਇੱਕ ਆਬਜ਼ਰਵੇਸ਼ਨ ਆਪਣੀ ਆ, ਉਹਦਾ ਇੱਕ ਆਪਣਾ ਗਿਆਨ ਆ, ਚੀਜ਼ਾਂ ਨੂੰ ਇੱਕ ਵੇਖਣ ਦਾ ਢੰਗ ਆ, ਉਹਦੀ ਆਪਣੀ ਇੱਕ ਦ੍ਰਿਸ਼ਟੀ ਆ। ਉਹ ਇੱਕ ਕਿਸੇ ਵੀ ਚੀਜ਼ ਨੂੰ ਵੇਖਣ ਤੋਂ ਬਾਅਦ ਉਹਦੇ ਆਪਣੇ ਅਨੁਭਵ ਨੇ, ਉਹ ਆਪਣੇ ਅਨੁਭਵ ਅਤੇ ਗਿਆਨ ਦੇ ਆਧਾਰ ਦੇ ਉੱਤੇ ਸਾਰੇ ਸਫ਼ਰਨਾਮੇ ਦੇ ਵਿੱਚ ਆਪਣੀ ਜਾਣਕਾਰੀ ਪਾਵੇਗਾ। ਹੋ ਸਕਦਾ ਜੇ ਕੋਈ ਦੂਸਰਾ ਬੰਦਾ ਉਸੇ ਦੇਸ਼ ਵਿੱਚ ਜਾਂਦਾ ਅਤੇ ਉਹਦਾ ਗਿਆਨ, ਉਹਦੇ ਅਨੁਭਵ ਦੂਸਰੇ ਦੇ ਨਾਲੋਂ ਭਿੰਨ ਹੋਣ। ਸਾਰਿਆਂ ਜਾਣਿਆਂ ਦਾ ਗਿਆਨ ਅਤੇ ਅਨੁਭਵ ਇੱਕੋ ਜਿਹਾ ਨਹੀਂ ਹੋ ਸਕਦਾ ਕਿਉਂਕਿ ਸਾਡੇ ਸਾਰਿਆਂ ਵਿੱਚ ਵਿਅਕਤੀਗਤ ਅਸਮਾਨਤਾਵਾਂ ਵੀ ਮਿਲਦੀਆਂ ਨੇ। ਇਸ ਲਈ ਜਿਹੜਾ ਵੀ ਜਾਏਗਾ ਉਹਦੇ ਆਪਣੇ ਐਕਸਪੀਰੀਅੰਸ ਹੋਏਗਾ, ਉਹਦੀ ਆਪਣੀ ਇੱਕ ਆਬਜ਼ਰਵੇਸ਼ਨ ਕਰਨ ਦੀ ਸਮਰੱਥਾ ਹੁੰਦੀ ਆ। ਸੋ ਲੇਖਕ ਦੇ ਗਿਆਨ ਅਤੇ ਅਨੁਭਵ ਦੇ ਆਧਾਰ ਦੇ ਉੱਤੇ ਕਿਸੇ ਵੀ ਸਫ਼ਰਨਾਮੇ ਨੂੰ ਬਣਾਇਆ ਜਾਂਦਾ ਆ ਅਤੇ ਉਹਦੀ ਸਮਰੱਥਾ ਵੀ ਉਸ ਗਿਆਨ ਅਤੇ ਅਨੁਭਵ ਉੱਤੇ ਹੀ ਨਿਰਭਰ ਕਰਦੀ ਹੈ। ਤੱਥਾਤਮਕ ਅਤੇ ਯਥਾਰਥਕ ਵੇਰਵੇ। ਸਫ਼ਰਨਾਮੇ ਦੇ ਵਿੱਚ ਜਿਹੜੇ ਵੇਰਵੇ ਦਿੱਤੇ ਜਾ ਰਹੇ ਆ ਉਹ ਤੱਥਾਂ 'ਤੇ ਆਧਾਰਿਤ ਹੋਣੇ ਚਾਹੀਦੇ ਆ, ਯਥਾਰਥ ਦੇ ਉੱਤੇ ਆਧਾਰਿਤ ਹੋਣੇ ਚਾਹੀਦੇ ਆ, ਰਿਐਲਿਟੀ ਦੇ ਉੱਤੇ ਆਧਾਰਿਤ ਹੋਣੇ ਚਾਹੀਦੇ ਆ, ਨਾ ਕਿ ਮਹਿਜ਼ ਇੱਕ ਕਲਪਨਾ ਹੀ ਹੋਵੇ। ਅਗਲਾ ਪੁਆਇੰਟ ਹੈ ਜੀ ਨਾਵਲ, ਨਾਟਕ, ਕਹਾਣੀ, ਜੀਵਨੀ, ਸਵੈ ਜੀਵਨੀ ਆਦਿ ਵਿਧਾਵਾਂ ਦੀਆਂ ਰੀਤੀਆਂ ਨੂੰ ਸਮਾਉਣ ਦੀ ਸਮਰੱਥਾ ਹੁੰਦੀ ਹੈ ਸਫ਼ਰਨਾਮੇ ਦੇ ਵਿੱਚ। ਮਤਲਬ ਸਫ਼ਰਨਾਮਾ ਜਿਹੜਾ ਬੰਦਾ ਉਹਨੂੰ ਪੇਸ਼ ਕਰ ਰਿਹਾ ਕਿਤੇ ਨਾ ਕਿਤੇ ਉਹਦੀ ਸਵੈ ਜੀਵਨੀ, ਉਹਦੀ ਜੀਵਨੀ ਨਾਲ ਜੁੜੇ ਵੇਰਵੇ ਵੀ ਸਾਨੂੰ ਵੇਖਣ ਨੂੰ ਮਿਲਦੇ ਆ। ਇੱਕ ਸਫ਼ਰਨਾਮੇ ਦੇ ਵਿੱਚੋਂ ਸਾਨੂੰ ਨਾਵਲ ਦੀ ਝਲਕ ਵੀ ਦਿਖਦੀ ਆ, ਨਾਟਕ ਦੀ ਝਲਕ ਵੀ ਦਿਖਦੀ ਆ, ਇੱਕ ਕਹਾਣੀ ਵੀ ਸਾਨੂੰ ਉਹਦੇ 'ਚੋਂ ਵੇਖਣ ਨੂੰ ਮਿਲੇਗੀ। ਜੀਵਨੀ ਅਤੇ ਸਵੈ ਜੀਵਨੀ ਨਾਲ ਜੁੜੇ ਅੰਸ਼ ਵੀ ਸਾਨੂੰ ਸਫ਼ਰਨਾਮੇ ਦੇ ਵਿੱਚੋਂ ਦੇਖਣ ਨੂੰ ਮਿਲਦੇ ਨੇ। ਸਫ਼ਰਨਾਮੇ ਦੇ ਵਿੱਚੋਂ ਇੱਕੋ ਸਮੇਂ ਸਾਨੂੰ ਸੁਹਜ ਵੀ ਮਿਲਦਾ ਹੈ ਅਤੇ ਗਿਆਨ ਵੀ ਮਿਲਦਾ ਹੈ। ਸਫ਼ਰਨਾਮੇ ਦੇ ਵਿੱਚ ਉਤਸੁਕਤਾ ਹੁੰਦੀ ਹੈ ਚੀਜ਼ਾਂ ਨੂੰ ਜਾਣਨ ਦੀ, ਫਿਰ ਕੀ ਵਾਪਰਿਆ, ਫਿਰ ਕੀ ਵਾਪਰਿਆ। ਇਹ ਉਤਸੁਕਤਾ ਬਣੀ ਰਹਿੰਦੀ ਆ ਕਿਉਂਕਿ ਨਵੇਂ ਸੱਭਿਆਚਾਰ ਦੇ ਨਾਲ ਅਸੀਂ ਮੁਖਾਤਿਬ ਹੋ ਰਹੇ ਹੁੰਦੇ ਹਾਂ। ਸੋ ਨਵੇਂ ਸੱਭਿਆਚਾਰ ਨੂੰ ਜਾਣਨਾ, ਨਵੀਂ ਜੀਵਨ ਜਾਂਚ ਬਾਰੇ ਪੜ੍ਹਨਾ ਇੱਕ ਉਤਸੁਕਤਾ ਦਾ ਅੰਸ਼ ਜਿਹੜਾ ਸਾਡੇ ਅੰਦਰ ਪੈਦਾ ਕਰਦੀ ਹੈ। ਦ੍ਰਿਸ਼ ਚਿੱਤਰਨ ਹੁੰਦੇ ਆ, ਜਿਵੇਂ ਜਿਵੇਂ ਦੇਖਦੇ ਆ ਤਿਵੇਂ ਤਿਵੇਂ ਦਿਮਾਗ ਦੇ ਵਿੱਚ ਉਹ ਜਿਹੜੇ ਦ੍ਰਿਸ਼ ਆ ਉਹ ਵਸਦੇ ਜਾਂਦੇ ਆ। ਕੁਝ ਕਲਪਨਾ ਸ਼ਕਤੀ ਦੀ ਵਰਤੋਂ ਅਤੇ ਯਥਾਰਥ ਦੀ ਪ੍ਰਮਾਣਿਕਤਾ ਲਈ ਕਲਪਨਾ ਦੀ ਵਰਤੋਂ ਵੀ ਇਹਦੇ ਵਿੱਚ ਕੀਤੀ ਜਾਂਦੀ ਹੈ। ਇਹਦੇ ਵਿੱਚ ਕੋਈ ਸ਼ੱਕ ਨਹੀਂ ਕਿ ਜਿਹੜਾ ਸਫ਼ਰਨਾਮਾ ਆ ਉਹਦੇ ਵਿੱਚ ਯਥਾਰਥਕਤਾ ਪ੍ਰਧਾਨ ਜ਼ਿਆਦਾ ਹੁੰਦੀ ਆ, ਪਰ ਫਿਰ ਵੀ ਕਲਪਨਾ ਸ਼ਕਤੀ ਦੇ ਜਿਹੜੇ ਅੰਸ਼ ਨੇ ਉਹ ਵੀ ਸਫ਼ਰਨਾਮੇ ਦੇ ਵਿੱਚ ਦੇਖੇ ਜਾ ਸਕਦੇ ਆ। ਸੋ ਸਫ਼ਰਨਾਮਾ ਸਾਨੂੰ ਕਿਸੇ ਖਾਸ ਭੂਖੰਡ ਬਾਰੇ ਇੱਕ ਸਮੁੱਚੇ ਰੂਪ ਵਿੱਚ ਬਹੁਪੱਖੀ ਜਿਹੜੀ ਜਾਣਕਾਰੀ ਆ, ਉਸ ਭੂਮੀ ਨਾਲ ਜੁੜੀ ਬਹੁਪੱਖੀ ਜਾਣਕਾਰੀ ਸਾਨੂੰ ਸਫ਼ਰਨਾਮੇ ਦੇ ਵਿੱਚੋਂ ਵੇਖਣ ਨੂੰ ਮਿਲਦੀ ਹੈ। ਆਸ ਕਰਦੀ ਹਾਂ ਕਿ ਸਫ਼ਰਨਾਮੇ ਦੀ ਪਰਿਭਾਸ਼ਾ ਅਤੇ ਇਸ ਦੇ ਤੱਤਾਂ ਬਾਰੇ ਤੁਹਾਨੂੰ ਜਾਣਕਾਰੀ ਮਿਲੀ ਹੋਵੇਗੀ। ਬਹੁਤ ਸ਼ੁਕਰੀਆ, ਧੰਨਵਾਦ।